2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਤੁਸੀਂ ਬਾਈਬਲ ਕਲਾਂ ਦੇ ਵਿੱਚ ਜੋ ਇੱਕ ਧਰਨਾ ਲਗਾਇਆ ਸੀਗਾ ਗੋਲੀकांड ਦੇ ਮਾਮਲੇ 'ਚ, ਤਾਂ ਤੁਹਾਡੇ ਹੀ ਕੁਝ ਆਗੂਆਂ ਨੇ ਉੱਥੇ ਭਰੋਸਾ ਦਿੱਤਾ ਸੀ ਕਿ ਅਸੀਂ ਇਨਸਾਫ ਦਿਵਾਵਾਂਗੇ, ਬੇਅਦਬੀਆਂ ਦਾ ਦੇਵਾਂਗੇ, ਗੋਲੀकांड ਦਾ ਇਨਸਾਫ ਦਿਵਾਵਾਂਗੇ। ਪਰ ਹੁਣ ਅਜੇ ਤੱਕ ਇਨਸਾਫ ਨਹੀਂ ਮਿਲਿਆ। ਕਾਫੀ ਐਸਆਈਟੀਆਂ ਜਿਹੜੀਆਂ ਉਹ ਚੇਂਜ ਵੀ ਹੋ ਗਈਆਂ, ਰੱਦ ਵੀ ਹੋ ਗਈਆਂ, ਚੋਣਾਂ ਦੁਬਾਰਾ ਆ ਗਈਆਂ ਬਾਈ ਦੀਆਂ। ਜਿੱਥੋਂ ਆਸ ਰੱਖੀ ਸੀ ਕਿ ਇਹ ਸਾਨੂੰ ਇਨਸਾਫ ਦਵਾਊਗਾ, ਵਧੀਆ ਫੈਸਲਾ ਦੇਊਗਾ, ਉਹੀ ਗਲਤ ਕਰ ਗਿਆ। ਸਾਰੇ ਕਹਿੰਦੇ ਸੀ ਵੀ ਕਮਰ ਵਿਜੇ ਪ੍ਰਤਾਪ ਜਿਹੜਾ ਆ ਇਹ ਬੜਾ ਜੀ ਵਧੀਆ ਆਫੀਸਰ ਆ, ਇਹਨੂੰ ਸਿੱਟ ਦਾ ਇੰਚਾਰਜ ਲਓ, ਵੇਖੋ ਕਿੱਡੀ ਛੇਤੀ ਫੈਸਲਾ ਕਰ ਦਿੰਦਾ। ਔਰ ਜੋ ਉਹਦਾ ਰਿਜ਼ਲਟ ਨਿਕਲਿਆ ਉਹ ਸਾਰਿਆਂ ਦੇ ਸਾਹਮਣੇ ਆ। ਕੇਜਰੀਵਾਲ ਨੇ ਨਾਲ ਮਿਲ ਕੇ ਤੈਅ ਕੀਤਾ ਸੀ ਵੀ ਇੰਜ ਕਰਾਂਗੇ ਵੀ ਅਕਾਲੀ ਦਲ ਤੇ ਅੱਗੇ ਹੀ ਬਦਨਾਮ ਆ ਇਸ ਕੰਮ ਕਰਕੇ ਬਰਗਾੜੀ ਵਾਲੇ ਇਸ਼ੂ ਤੇ ਕਾਂਗਰਸ ਨੂੰ ਵੀ ਇਹਦੇ 'ਚ ਲਪੇਟ ਦਈਏ। ਔਰ ਐ ਪਲੈਨਡ ਪ੍ਰੋਗਰਾਮ ਇਹਨਾਂ ਨੇ ਬਣਾ ਕੇ ਜੋ ਕੁਝ ਕੀਤਾ। ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ, ਸਭ ਤੋਂ ਪਹਿਲਾਂ ਤੇ ਬਿਆਸ ਦੀਆਂ ਖੱਡਾਂ ਵਿੱਚ ਜਾਂਦੇ ਨੇ, ਤਾਂ ਵੱਡੇ ਸਵਾਲ ਜਿਹੜੇ ਆ ਤੁਹਾਡੇ ਤੇ ਖੜੇ ਹੁੰਦੇ ਆ, ਕਾਂਗਰਸ ਸਰਕਾਰ ਤੇ ਖੜੇ ਹੁੰਦੇ ਆ ਕਿ ਨਜਾਇਜ਼ ਬੈਨਿੰਗ ਹੋ ਰਹੀ ਆ। ਇੱਕ ਜ਼ਿੰਮੇਵਾਰ ਵਿਅਕਤੀ, ਇੱਕ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਦੀ ਪਹਿਲਾਂ ਜ਼ਿੰਮੇਵਾਰੀ ਇਹ ਬਣਦੀ ਸੀ ਕਿ ਕਮ ਸੇ ਕਮ ਇਹ ਪਤਾ ਤੇ ਕਰ ਲੈਂਦੇ ਵੀ ਕਿਹੜੀ ਜਾਇਜ਼ ਆ, ਕਿਹੜੀ ਜਾਇਜ਼ ਖੱਡਿਆ, ਉੱਥੇ ਮੈਂ ਚੱਲਿਆ। ਇਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ। ਜਦੋਂ ਉਹ ਪਹੁੰਚਦੇ ਆ ਸੁਖਬੀਰ ਸਿੰਘ ਬਾਦਲ, ਤਾਂ ਜਿੰਨੀਆਂ ਟਰਾਲੀਆਂ ਜਾਂ ਮਸ਼ੀਨਾਂ ਵਾਲੇ ਸੀ ਉੱਥੋਂ ਭੱਜਦੇ ਨਜ਼ਰ ਆ ਸੀ ਕਿ ਜੇ ਉਹ ਸੱਚ ਹੁੰਦਾ ਤਾਂ ਉੱਥੋਂ ਭੱਜੇ ਕਿਉਂ। ਇੱਥੇ ਕਹੀ ਵੀ ਸਵਾਲ ਖੜਾ ਹੁੰਦਾ ਕਿ ਜਦੋਂ ਕਿਸਾਨ ਕਹਿੰਦੇ ਨੇ, ਆਮ ਸਰਹੱਦੀ ਇਹਦੀ ਗੱਲ ਕਰੀ ਤਾਂ ਕਿਸਾਨਾਂ ਦੀਆਂ ਪੈਲੀਆਂ ਦੇ ਵਿੱਚੋਂ ਰੇਤ ਨਿਕਲਦੀ ਆ, ਕਿਸਾਨ ਕਹਿੰਦੇ ਨੇ ਸਾਡਾ ਖੇਤ ਆ, ਜੇ ਅਸੀਂ ਮਿੱਟੀ ਵੇਚ ਸਕਦੇ ਹਾਂ, ਫਸਲ ਵੇਚ ਸਕਦੇ ਹਾਂ, ਤਾਂ ਸਾਨੂੰ ਰੇਤ ਵੇਚਣ ਦਾ ਵੀ ਸਾਡੀਆਂ ਜ਼ਮੀਨਾਂ 'ਚੋਂ ਹੱਕ ਦਿੱਤਾ ਜਾਵੇ। ਇਹ ਸਭ ਜਿੱਥੇ ਕਾਂਗਰਸ ਪੰਜਾਬ ਦੇ ਵਿੱਚ ਕਾਟੋ ਕਲੇਸ਼ ਚੱਲ ਰਿਹਾ, ਉੱਥੇ ਪਿਛਲੇ ਦਿਨੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦਿੱਲੀ ਦੇ ਵਿੱਚ ਕੈਪਟਨ ਸਾਹਿਬ ਦੇ ਖਿਲਾਫ ਭੁਗਤ ਕੇ ਆਏ ਨੇ। ਕਿੰਨੀ ਕੁ ਸੱਚਾਈ ਹੈ? ਅਗਰ ਨਵਜੋਤ ਸਿੰਘ ਸਿੱਧੂ ਤਾਂ ਕੈਪਟਨ ਧੜਾ 2 ਬਣ ਜਾਂਦੇ ਪੰਜਾਬ ਦੇ ਵਿੱਚ, ਤੇ ਸਰਕਾਰੀਆ ਸਾਹਿਬ ਕਿਹਦੇ ਨਾਲ ਖਲੋਣਗੇ? ਵਿਧਾਨ ਸਭਾ ਚੋਣਾਂ ਸਮੇਂ ਤੁਸੀਂ ਲੋਕਾਂ ਦੇ ਨਾਲ, ਰਾਜਾ ਸਾਂਸੀ ਹਲਕੇ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ, ਅਕਸਰ ਮੈਂ ਤੁਹਾਡੇ ਵਾਅਦਿਆਂ ਤੇ, ਤੁਹਾਡੇ ਕੀਤੇ ਕੰਮਾਂ ਤੇ ਖਰਾ ਨਾ ਉਤਰਿਆ ਤੇ ਮੈਂ ਦੁਬਾਰਾ ਚੋਣਾਂ ਤੇ ਤੁਹਾਡੇ ਕੋਲ ਵੋਟ ਮੰਗਣ ਨਹੀਂ ਆਊਗਾ। ਕਿ ਅੱਜ 4.5 ਸਾਲ ਗੁਜ਼ਰ ਗਏ ਆ, ਤੁਸੀਂ ਹੱਕਦਾਰ ਹੋ ਗਏ ਲੋਕਾਂ ਕੋਲ ਵੋਟ ਮੰਗਣ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ ਕੇ ਸਹੁੰ ਖਾਦੀ ਸੀ, ਘਰ ਘਰ ਦੇ ਵਿੱਚ ਰੁਜ਼ਗਾਰ ਦੇਵਾਂਗਾ, ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗਾ, ਰੇਤ ਮਾਫੀਆ, ਹਰ ਤਰ੍ਹਾਂ ਦੀ ਬੇਅਦਬੀ ਵਰਗੇ ਮਾਮਲਿਆਂ ਦੀ ਜਿਹੜੀ ਉਹ ਜਾਂਚ ਨਿਰਪੱਖੀ ਦੀ। ਕੀ ਘਰ ਘਰ ਦੇ ਵਿੱਚ ਰੁਜ਼ਗਾਰ ਦੇ ਦਿੱਤਾ ਕੈਪਟਨ ਸਾਹਿਬ? ਅਧਿਆਪਕ ਜਿਹੜੇ ਨੇ ਪਟਿਆਲੇ ਦੇ ਵਿੱਚ ਮੁੱਖ ਮੰਤਰੀ ਦੇ ਘਰ ਦੇ ਬਾਹਰ ਪ੍ਰੋਟੈਸਟ ਕਰ ਰਹੇ ਨੇ ਪੱਕੇ ਕਰਨ ਨੂੰ ਜਾਂ ਨੌਕਰੀਆਂ ਵਾਸਤੇ। ਉੱਥੇ ਸਿਹਤ ਵਿਭਾਗ ਵੀ ਪਿਛਲੇ ਲੰਮੇ ਸਮੇਂ ਤੋਂ ਤੁਹਾਡੇ ਘਰਾਂ ਦੇ ਬੂਰੇ, ਮੰਤਰੀਆਂ ਦੇ ਘਰਾਂ ਦੇ ਬੂਰੇ ਪ੍ਰੋਟੈਸਟ ਕਰ ਰਹੇ ਨੇ। ਕਿਵੇਂ ਵੇਖਦੇ ਹੋ ਕਿ 22 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ, ਕੋਈ ਵੱਡਾ ਫਰਕ ਪੈ ਸਕਦਾ? 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੱਥੇ ਸਿਆਸੀ ਅਖਾੜਾ ਪੱਕਿਆ ਹੋਇਆ, ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਦੂਜੀ ਵਾਰ ਵਿਧਾਨ ਸਭਾ ਦੀ ਇਲੈਕਸ਼ਨ ਲੜਨ ਜਾ ਰਹੀ ਹੈ, ਤਾਂ ਵੱਡੇ ਵੱਡੇ ਲੋਕਾਂ ਦੇ ਨਾਲ ਦਾਅਵੇ ਕੀਤੇ ਜਾ ਰਹੇ ਨੇ। ਗੱਲ ਕਰੀਏ ਅਕਾਲੀ ਦਲ ਦੀ, ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਹੀ ਰੇਤ ਦੀਆਂ ਖੱਡਾਂ ਵਿੱਚ ਜਾ ਕੇ ਕਾਂਗਰਸ ਸਰਕਾਰ ਨੂੰ ਘੇਰੇ ਨੇ। ਇਸ ਪੂਰੇ ਵਿਸ਼ੇ ਤੇ ਸਾਡੇ ਨਾਲ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ। ਸਰਕਾਰੀਆ ਸਾਹਿਬ, ਸਵਾਗਤ ਕਰਦੇ ਹਾਂ ਜੀ ਸਕਾਈ ਨਿਊਜ਼ ਪੰਜਾਬ। ਮੇਰੇ ਵੱਲੋਂ ਵੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਫਤਿਹ ਬੁਲਾਉਣਾ, ਸਤਿ ਸ਼੍ਰੀ ਅਕਾਲ। ਸਰਕਾਰੀਆ ਸਾਹਿਬ, ਜੇ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ, ਸਭ ਤੋਂ ਪਹਿਲਾਂ ਤੇ ਬਿਆਸ ਦੀਆਂ ਖੱਡਾਂ ਵਿੱਚ ਜਾਂਦੇ ਨੇ, ਤਾਂ ਵੱਡੇ ਸਵਾਲ ਜਿਹੜੇ ਆ ਤੁਹਾਡੇ ਤੇ ਖੜੇ ਹੁੰਦੇ ਆ, ਕਾਂਗਰਸ ਸਰਕਾਰ ਤੇ ਖੜੇ ਹੁੰਦੇ ਆ ਕਿ ਨਜਾਇਜ਼ ਬੈਨਿੰਗ ਹੋ ਰਹੀ ਆ। ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਜਾਂਦੇ ਆ। ਕਿੰਨੀ ਕੁ ਸੱਚਾਈ ਹੈ ਉਹਨਾਂ ਦੀਆਂ ਗੱਲਾਂ ਦੇ ਵਿੱਚ? ਦੇਖੋ, ਕੁਝ ਦਿਨ ਪਹਿਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਬਿਆਸ ਆਏ ਸੀਗੇ, ਪਰ ਮੈਨੂੰ ਹੈਰਾਨਗੀ ਇਸ ਗੱਲ ਦੀ ਆ ਵੀ ਚਲੋ ਠੀਕ ਹੈ, ਜੇ ਕਿਤੇ ਨਜਾਇਜ਼ ਮਾਈਨਿੰਗ ਹੁੰਦੀ ਆ ਜਾਂ ਕੋਈ ਕਰਦਾ, ਉਹਦੇ 'ਚ ਅਸੀਂ ਵੀ ਹਰ ਇੱਕ ਪੰਜਾਬ ਦੇ ਵਸਨੀਕ ਨੂੰ ਆਉਂਦੇ ਹਾਂ ਵੀ ਸਾਡੀ ਜਾਣਕਾਰੀ ਦਿਓ, ਸਾਨੂੰ ਦੱਸੋ ਕਿੱਥੇ ਨਜਾਇਜ਼ ਮਾਈਨਿੰਗ ਹੁੰਦੀ ਆ। ਪਰ ਇਹ ਇੱਕ ਜ਼ਿੰਮੇਵਾਰ ਵਿਅਕਤੀ, ਇੱਕ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਦੀ ਪਹਿਲਾਂ ਜ਼ਿੰਮੇਵਾਰੀ ਇਹ ਬਣਦੀ ਸੀ ਕਿ ਕਮ ਸੇ ਕਮ ਇਹ ਪਤਾ ਤੇ ਕਰ ਲੈਂਦੇ ਵੀ ਕਿਹੜੀ ਜਾਇਜ਼ ਆ, ਕਿਹੜੀ ਜਾਇਜ਼ ਖੱਡਿਆ, ਉੱਥੇ ਮੈਂ ਚੱਲਿਆ। ਇਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ। ਔਰ ਬਿਲਕੁਲ ਸਾਡੀ ਉੱਥੇ ਵੇਖੋ 2 ਤਰ੍ਹਾਂ ਦੀਆਂ ਮਾਈਨਿੰਗ ਹੋ ਰਹੀ ਹੈ ਇਸ ਵੇਲੇ। ਇੱਕ ਤਾਂ ਜਿਹੜੀਆਂ ਅਸੀਂ ਮਾਈਨਿੰਗ ਸਾਈਟਸ ਦਿੰਦੇ ਹਾਂ, ਦੂਜਾ ਅੱਜ ਤੋਂ 2 ਸਾਲ ਪਹਿਲੋਂ ਹੜ੍ਹ ਆ ਗਏ ਸੀ ਤੁਹਾਨੂੰ ਪਤਾ, ਅਤੇ ਉਸ ਵੇਲੇ ਸਾਡੇ ਦਰਿਆ ਜਿਹੜੇ ਆ ਇਹ ਕੋਈ ਸੱਜੇ ਪਾਸੇ ਨੂੰ ਚਲਾ ਗਿਆ, ਕੋਈ ਖੱਬੇ ਪਾਸੇ ਨੂੰ ਚਲੇ ਗਿਆ, ਵਿਚਕਾਰ ਰੇਤਾ ਭਰ ਗਈ, ਔਰ ਬਿਲਕੁਲ ਲੋਕਾਂ ਦੀਆਂ ਜ਼ਮੀਨਾਂ ਦੇ ਨਾਲ ਨਾਲ ਜਿਹੜੇ ਦਰਿਆ ਚੱਲ ਰਹੇ ਆ। ਔਰ ਲੋੜ ਸੀਗੀ ਉਹਦੇ ਵਿੱਚੋਂ ਡੀਸਿਲਟਿੰਗ ਕਰਨ ਦੀ, ਕਿਉਂ ਦਰਿਆ ਨੂੰ ਸੈਂਟਰ ਦੇ ਵਿੱਚ ਕੀਤਾ ਜਾਵੇ। ਤਾਂ ਮੁੱਖ ਮੰਤਰੀ ਸਾਹਿਬ ਨੇ ਉਹਦੇ ਲਈ ਅਸੀਂ ਕੈਬਨਿਟ 'ਚ ਇੱਕ ਪਾਸ ਕੀਤਾ ਹੈ ਡੀਸਿਲਟਿੰਗ, ਵੀ ਡੀਸਿਲਟਿੰਗ ਕਰਨੀ ਆ। ਉਹਦੇ ਵਾਸਤੇ ਅਸੀਂ ਉਹੀ ਕੰਟਰੈਕਟਰ ਜਿਹੜੇ ਸਾਡੇ ਮਾਈਨਿੰਗ ਵਾਲੇ ਸੀ ਉਹਨਾਂ ਨਾਲ ਗੱਲ ਕੀਤੀ, ਔਰ ਉਹਨਾਂ ਨੇ ਸਾਡੇ ਕੋਲ ਕੋਈ ਵਾਧੂ ਪੈਸਾ ਨਹੀਂ ਲਿਆ। ਅਸੀਂ ਉਸੇ ਰੇਟ 'ਤੇ, ਹਾਲਾਂਕਿ ਉਹਨਾਂ ਨੂੰ ਉਹ ਚੀਜ਼ ਮਹਿੰਗੀ ਪੈਂਦੀ ਆ, ਕਿੱਥੇ ਇੱਕ ਸਾਈਡ ਤੋਂ ਰੇਤ ਚੁੱਕਣੀ
ਕਿੱਥੇ ਸੈਂਟਰ ਦੇ ਵਿੱਚੋਂ ਦੋਵੇਂ ਪਾਸੇ ਪਾਣੀ ਚੱਲਦੇ ਹੋਣਾ ਤੇ ਉਹਦੇ ਵਿੱਚੋਂ ਚੁੱਕ ਕੇ ਲਿਆਉਣੀ, ਉਹ ਮਹਿੰਗੀ ਪੈਂਦੀ ਆ। ਪਰ ਚਲੋ ਉਹਨਾਂ ਨੇ ਕੀਤਾ, ਉਹ ਡੀਸਿਲਟਿੰਗ ਸਾਈਟਸ ਅਸੀਂ ਉਹਨਾਂ ਨੂੰ ਦਿੱਤੀਆਂ। ਇਹ ਡੀਸਿਲਟਿੰਗ ਸਾਈਟ ਸੀਗੀ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਆਏ ਨੇ, ਔਰ ਉਹ ਵੀ NGT ਦੀਆਂ ਗਾਈਡਲਾਈਨਸ ਦੇ ਮੁਤਾਬਕ ਪੁਲ ਤੋਂ 1 ਕਿਲੋਮੀਟਰ ਦੂਰ ਤੇ ਅਸੀਂ ਇਹ ਪੁੱਟ ਸਕਦੇ ਹਾਂ, ਕਰ ਸਕਦੇ ਹਾਂ। ਪੁਲ ਦੇ ਬਿਲਕੁਲ ਨੇੜਿਓਂ ਨਹੀਂ ਸੀ ਕਰ ਸਕਦੇ। ਉਹਨਾਂ ਨੂੰ ਇਹ ਨਹੀਂ ਪਤਾ। ਉਹਦੇ ਉੱਥੇ ਜਾ ਕੇ ਮੈਂ ਵੀ ਵੇਖਿਆ ਵੀ 5 ਕਿਲੋਮੀਟਰ ਦਾ ਰੌਲਾ ਪਾਈ ਜਾਂਦੇ ਸੀ NGT ਨੂੰ, ਉਹਨਾਂ ਨੂੰ ਪਤਾ ਹੀ ਨਹੀਂ। ਮੈਂ ਇਸ ਕਰਕੇ ਤੁਹਾਡੇ ਜ਼ਰੀਏ ਉਹਨਾਂ ਨੂੰ ਇਹ ਹੀ, ਅੱਗੇ ਵੀ ਸਾਰੇ ਚੈਨਲ ਵੀਰਾਂ ਨੂੰ ਮੈਂ ਕਿਹਾ, ਉਹਨਾਂ ਨੂੰ ਬੇਨਤੀ ਕਰਦਾ ਕਿ ਕਮ ਸੇ ਕਮ ਸਾਡੇ ਕੋਲ ਲਿਸਟਾਂ ਹੀ ਲੈ ਲਓ। ਜੇ ਤੁਹਾਨੂੰ ਨਹੀਂ ਪਤਾ, ਤੇ ਜਿਹੜੀ ਗੱਲ ਗਈ ਸੀ ਦੂਜੇ ਥਾਵਾਂ 'ਤੇ ਜਿਹੜੇ ਹੁਸ਼ਿਆਰਪੁਰ ਗਏ ਆ, ਉਹ ਕੋਈ ਸਾਡੀ ਲੀਗਲ ਮਾਈਨ ਨਹੀਂ ਸੀ। ਉਹ ਇਹਨਾਂ ਦੇ ਵੇਲੇ ਤੇ ਪੁਰਾਣੇ ਟੋਏ 40-40 ਫੁੱਟ ਪਏ ਸੀ, ਸਿੱਧਾ ਉੱਥੇ ਗਏ ਔਰ ਉੱਥੇ ਜਾ ਕੇ ਉਹਦੀਆਂ ਫੋਟੋਆਂ ਜੀਆਂ ਪਾਤੀਆਂ। ਨਾ ਉੱਥੇ ਕੋਈ ਮਾਈਨਿੰਗ ਹੋ ਰਹੀ ਸੀ, ਨਾ ਉੱਥੇ ਕੋਈ ਟਰੱਕ ਸੀ, ਨਾ ਮਸ਼ੀਨਰੀ ਸੀ, ਸਿਰਫ ਇੱਕ ਟੋਇਆ ਜੀ ਦੀ ਫੋਟੋ। ਤੇ ਉਹ ਤਾਂ ਸਿਰਫ ਇਹਨਾਂ ਦੀ ਯਾਦ ਹੀ ਦਿਲਾਉਂਦੀ ਹੈ ਜਿਹੜਾ ਇਹਨਾਂ ਨੇ ਆਪਣੇ ਵੇਲੇ ਕੰਮ ਕੀਤਾ ਸੀ। ਔਰ ਮੈਂ ਤਾਂ ਇਹ ਵੀ ਇਹਨਾਂ ਨੂੰ ਕਿਹਾ ਸੀ ਉਦਣ ਵੀ ਇਹਦੀ ਬਜਾਏ ਤੁਸੀਂ ਡੇਰਾ ਬਸੀ ਵੀ ਜਾ ਕੇ ਵੇਖ ਲਓ, ਉੱਥੇ ਇਹਦੋਂ ਵੀ ਵੱਧ ਟੋਏ ਡੂੰਘੇ ਤੁਹਾਡੇ ਵੇਲੇ ਦੇ ਪੁੱਟੇ ਆ। ਜਿਹੜੇ ਤੁਹਾਡੇ ਠੇਕੇਦਾਰ ਉੱਥੇ ਕੰਮ ਨਹੀਂ ਕਰ ਰਹੇ, ਉੱਧਰ ਵੀ ਝਾਤੀ ਮਾਰ ਲਓ। ਸੋ ਐਵੇਂ ਬੇਫਜ਼ੂਲ ਜਿਹਾ ਲੋਕਾਂ ਦਾ ਧਿਆਨ ਬਦਲਣ ਲਈ ਇਹੋ ਜਿਹੀਆਂ ਲਾਲਾ ਕਰਨ ਦੀ ਇਹ ਗਏ, ਅਦਰਵਾਈਜ਼ ਇਹਦੇ ਵਿੱਚ ਕੋਈ ਗਰਾਊਂਡ ਰਿਐਲਿਟੀ ਨਹੀਂ ਸੀ। ਤੁਸੀਂ ਵੀਡੀਓ ਦੇ ਵਿੱਚ ਵੀ ਸ਼ਾਇਦ ਵੇਖਿਆ ਹੋਵੇਗਾ, ਜਦੋਂ ਉਹ ਪਹੁੰਚਦੇ ਆ ਸੁਖਬੀਰ ਸਿੰਘ ਬਾਦਲ, ਤਾਂ ਜਿੰਨੀਆਂ ਟਰਾਲੀਆਂ ਜਾਂ ਮਸ਼ੀਨਾਂ ਵਾਲੇ ਸੀ ਉੱਥੋਂ ਭੱਜਦੇ ਨਜ਼ਰ ਆ ਸੀ। ਕੀ ਜੇ ਉਹ ਸੱਚ ਹੁੰਦਾ ਤਾਂ ਉੱਥੋਂ ਭੱਜੇ ਕਿਉਂ? ਦੇਖੋ, ਜਿਹੜੇ ਲੋਕ ਟਰੱਕ ਜਾਂ ਟਰਾਲੀਆਂ ਲੈ ਕੇ ਆਉਂਦੇ, ਉੱਥੇ ਨਹੀਂ ਸੀ ਹੁਸ਼ਿਆਰਪੁਰ ਕੋਈ ਵੀ। ਇਹ ਬਿਆਸ ਦੀ ਗੱਲ ਆ। ਵੇਖੋ, ਆਮ ਬੰਦਾ ਜੇ ਤੁਹਾਡਾ ਵੀ ਟਰੈਕਟਰ ਟਰਾਲੀ ਹੋਵੇ ਤੇ ਜਦੋਂ 100-200 ਬੰਦਾ ਹਰਲ ਕਰਦਾ ਭੱਜਾ ਆਵੇ ਤੇ ਤੁਸੀਂ ਵੀ ਸੋਚੋਗੇ ਪਤਾ ਨਹੀਂ ਕੀ ਹੋ ਗਿਆ ਤੇ ਇੱਥੋਂ ਨਿਕਲੀਏ। ਸ਼ਰੀਫ ਬੰਦਾ ਕੋਈ ਵੀ ਨਹੀਂ ਉੱਥੇ ਟਿਕਦਾ। ਸੇਮ ਉਹ ਚੀਜ਼ ਸੀਗੀ, ਉਹਨਾਂ ਨੇ ਆ ਕੇ ਇਸ ਤਰ੍ਹਾਂ ਹੂਆ ਜਿਹਾ ਬਣਾ ਦਿੱਤਾ। ਤੇ ਜਿਹੜਾ ਕਿਰਾਏ ਤੇ ਸਾਡੇ ਕਿਹੜੇ ਉਹ ਪੱਕੇ ਸੀ ਟਰੱਕਾਂ ਵਾਲੇ, ਕੋਈ ਆ ਜਾਂਦਾ, ਉਹਨਾਂ ਵਿਚਾਰਿਆਂ ਨੇ ਆਖਿਆ ਅਸੀਂ ਕੀ ਲੈਣਾ, ਉਹ ਤਾਂ ਚੁੱਪ ਕਰਕੇ ਉੱਥੋਂ ਪਰੇ ਨੂੰ ਹੋ ਗਏ। ਔਰ ਬਾਕੀ ਮਾਈਨਿੰਗ ਵਾਲੇ ਤੇ ਉੱਥੇ ਰਹੇ। SDO ਮੌਕੇ ਤੇ ਆਇਆ, ਉਹਨੇ ਦੱਸਿਆ ਵੀ ਇਹ ਲੀਗਲ ਮਾਈਨ ਆ, ਤੁਸੀਂ ਗਲਤ ਕਰਨ ਡਏ ਜਾਂ ਤੁਸੀਂ ਸਾਡੇ ਸਗੋਂ ਔਰ ਇਸੇ ਕਰਕੇ ਉਹਨਾਂ 'ਤੇ ਪਰਚਾ ਦਰਜ ਹੋਇਆ, ਕਿਉਂਕਿ ਸਰਕਾਰੀ ਕੰਮ ਦੇ ਵਿੱਚ ਉਹਨਾਂ ਵਿਘਨ ਪਾਇਆ ਤੇ ਕੇਸ ਰਜਿਸਟਰ ਹੋਇਆ ਉਹਨਾਂ ਦੇ ਖਿਲਾਫ। ਸਰਕਾਰੀ ਸਾਹਿਬ, ਗੱਲ ਕਰੀਏ ਪਿਛਲੇ ਦਿਨੀ ਰਾਜਾ ਸਾਂਸੀ ਹਲਕੇ ਦੇ ਵਿੱਚ ਥਾਣਾ ਲੋਪੋਕੇ ਅਤੇ ਰਾਜਾ ਸਾਂਸੀ ਵਿੱਚ ਪੁਲਿਸ ਨੇ ਕਾਫੀ ਟਰਾਲੀਆਂ ਫੜ ਕੇ ਉਹਨਾਂ ਵਿਅਕਤੀਆਂ ਦੇ ਪਰਚੇ ਵੀ ਦਰਜ ਕੀਤੇ ਸੀ। ਕੀ ਉਹ ਤੁਹਾਡੀ ਨਿਗਰਾਨੀ ਹੇਠ ਸੀ ਸਾਰਾ ਕੁਝ, ਜਾਂ ਪੁਲਿਸ ਨੇ ਆਪਣੇ ਬਲਬੂਤੇ 'ਤੇ ਕੀਤਾ? ਦੇਖੋ, ਮੇਰੇ ਜਿੱਥੋਂ ਤੱਕ ਸਾਡਾ, ਮੈਂ ਤੇ ਸਾਰੇ ਪੰਜਾਬ 'ਚ ਹੀ ਇਹ ਨਿਰਦੇਸ਼ ਦਿੱਤੇ ਨੇ ਪੁਲਿਸ ਨੂੰ ਕਿ ਜਿੱਥੇ ਵੀ ਕੋਈ ਨਜਾਇਜ਼ ਮਾਈਨਿੰਗ ਹੁੰਦੀ ਆ, ਉੱਥੋਂ ਫੜ ਕੇ ਉੱਤੇ ਪਰਚਾ ਕਰੋ। ਔਰ ਅਸੀਂ ਕੋਈ ਤਕਰੀਬਨ ਹੁਣ ਤੱਕ ਸਾਰੇ ਪੰਜਾਬ ਦੇ ਵਿੱਚ 2500 ਤੋਂ ਵੱਧ ਜਿਹੜੇ ਕੇਸ ਰਜਿਸਟਰਡ ਕੀਤੇ ਆ, ਜਦੋਂ ਦਾ ਮੇਰੇ ਕੋਲ ਇਹ ਚਾਰਜ ਆਇਆ 2-2.5 ਸਾਲ ਹੋ ਗਏ ਆ। ਔਰ 2700 ਤੋਂ ਉੱਤੇ ਜਿਹੜੀਆਂ ਵਹੀਕਲ ਸੀ ਉਹ ਅਸੀਂ ਜ਼ਬਤ ਕੀਤੀਆਂ। ਕੋਈ ਟਰਾਲੀ ਲਾ ਲਓ, ਕੋਈ ਮਸ਼ੀਨਰੀ ਲਾ ਲਓ। ਉਹ ਠੀਕ ਆ, ਕੋਟਾਂ ਮੁੜ ਕੇ ਜਦੋਂ ਕੋਈ ਟਾਈਮ ਬਾਅਦ ਜਦੋਂ ਛਡਾ ਲੈਂਦੇ ਨੇ ਲੋਕ, ਪਰ ਅਸੀਂ ਇੱਕ ਵਾਰੀ ਇੰਪਾਊਂਡ ਕੀਤੀਆਂ ਸਾਰੀਆਂ। ਪਰਚੇ ਤੋਂ ਕੋਈ ਲਿਹਾਜ਼ ਨਹੀਂ ਸੀ ਸਾਨੂੰ, ਸਗੋਂ ਉਹਦੇ 'ਚ ਦਿੱਕਤ ਆਉਂਦੀ ਸੀ। ਮਾਫੀਆ ਮੂਫੀਆ ਦਾ ਵੀ ਤੁਸੀਂ ਨਾਂ ਸੁਣਿਆ, ਇਹਨਾਂ ਨੇ ਦਿੱਤਾ ਸੀ ਜਿਹੜਾ ਜਨਮ। ਅੱਜ ਕੱਲ੍ਹ ਮਾਫੀਆ ਮੂਫੀਆ ਕੁਝ ਨਹੀਂ ਰਹਿ ਗਿਆ, ਸਿਰਫ ਚੋਰ ਹੈਗੇ ਅਜੇ ਵੀ ਜਿਹੜੇ ਰਾਤ ਨੂੰ ਚੋਰੀ ਕਰਦੇ ਆ। ਕਿਉਂਕਿ ਮਾਈਨਿੰਗ ਅਸੀਂ ਠੇਕੇਦਾਰਾਂ ਨੂੰ ਵੀ ਰਾਤ ਕਰਨ ਦਾ ਅਲਾਓ ਨਹੀਂ ਕੀਤਾ। ਉਹਨਾਂ ਨੂੰ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਮਾਈਨਿੰਗ ਕਰ ਸਕਦੇ ਆ। ਜੋ ਵੀ ਰਾਤ ਨੂੰ ਕਰਦੇ ਉਹ ਵੀ ਲੀਗਲ ਆ। ਫਿਰ ਅਸੀਂ CM ਸਾਹਿਬ ਨੇ ਸੋਚਿਆ ਸੀਗਾ ਕਿ ਅਸੀਂ ਵੀ ਉਹਨਾਂ ਨੂੰ ਇਹ ਗੱਲ ਦੱਸੀ ਕਿ ਸਾਡਾ ਆਫਿਸਰ ਜਦੋਂ ਰਾਤ ਨੂੰ ਕੋਈ ਕਰਦੇ ਆ ਤੇ ਜਿੰਨੇ ਚਿਰ ਨੂੰ ਪੁਲਿਸ ਥਾਣੇ ਜਾ ਕੇ ਰਿਪੋਰਟ ਦਿੰਦੇ ਆ, ਉਹਨੇ ਚਿਰ ਨੂੰ ਨਿਕਲ ਨੁਕਲ ਜਾਂਦੇ ਆ। ਪੁਲਿਸ ਜਦੋਂ ਜਾਂਦੀ ਆ, ਫਿਰ ਅਸੀਂ ਆਪਣਾ ED ਨੂੰ ਫਾਰਮ ਕੀਤਾ। ਕੈਪਟਨ ਸਾਹਿਬ ਨੇ ਉਹਦੇ 'ਚ ADGP ਉਹਦਾ ਡਾਇਰੈਕਟਰ ਲਾਇਆ ED ਦਾ। ਹੁਣ ਸਾਨੂੰ ਲੋੜ ਨਹੀਂ ਗਈ ਔਰ ਉਸ ਤੋਂ ਬਾਅਦ ਸਾਡਾ ਕਾਫੀ ਫਰਕ ਪੈ ਗਿਆ। ਹੁਣ ਚੋਰੀ ਅਜੇ ਵੀ ਹੁੰਦੀ ਆ, ਮੈਂ ਨਹੀਂ ਆਂਦਾ ਬਿਲਕੁਲ 100% ਬੰਦ ਆ, ਪਰ ਹੈ ਉਹ ਚੋਰੀ ਆ। ਉਹ ਕੋਈ ਸ਼ਰੇਆਮ ਲੀਗਲ ਜਿਹੜਾ ਮਾਫੀਆ ਮੂਫੀਆ ਦੀ ਗੱਲ ਕਰਦੇ ਸੀ, ਉਹ ਬਿਲਕੁਲ ਨਹੀਂ ਹੈ। ਇੱਥੇ ਕਹੀ ਵੀ ਸਵਾਲ ਖੜਾ ਹੁੰਦਾ ਕਿ ਜਦੋਂ ਕਿਸਾਨ ਕਹਿੰਦੇ ਨੇ, ਆਮ ਸਰਹੱਦੀ ਇਹਦੀ ਗੱਲ ਕਰੀ ਤਾਂ ਕਿਸਾਨਾਂ ਦੀਆਂ ਪੈਲੀਆਂ ਦੇ ਵਿੱਚੋਂ ਰੇਤ ਨਿਕਲਦੀ ਆ। ਕਿਸਾਨ ਕਹਿੰਦੇ ਨੇ ਸਾਡਾ ਖੇਤ ਆ, ਜੇ ਅਸੀਂ ਮਿੱਟੀ ਵੇਚ ਸਕਦੇ ਹਾਂ, ਫਸਲ ਵੇਚ ਸਕਦੇ ਹਾਂ, ਤਾਂ ਸਾਨੂੰ ਰੇਤ ਵੇਚਣ ਦਾ ਵੀ ਸਾਡੀਆਂ ਜ਼ਮੀਨਾਂ 'ਚੋਂ ਹੱਕ ਦਿੱਤਾ ਜਾਵੇ। ਦੇਖੋ, ਇਹ ਚੀਜ਼ਾਂ ਜਿਹੜੀਆਂ ਨਾ, ਇਹ ਮਿਨਰਲ ਹੁੰਦਾ ਜਿਹੜਾ ਥੱਲਿਓਂ ਜ਼ਮੀਨ 'ਚੋਂ ਪੁੱਟਣਾ ਆ। ਉਹਦੇ 'ਚ ਮਾਲਕ ਤੇ ਭਾਵੇਂ ਜ਼ਿਮੀਂਦਾਰ ਹੀ ਨੇ, ਪਰ ਜਦੋਂ ਅਸੀਂ ਕਿਸੇ ਨੂੰ ਕੰਟਰੈਕਟ ਦਿੰਦੇ ਆ, ਅਦਰਵਾਈਜ਼ NGT ਦੀ ਗਾਈਡਲਾਈਨ ਦੇ ਮੁਤਾਬਕ ਕੋਈ ਵੀ ਵਿਅਕਤੀ ਉੱਥੋਂ ਚੀਜ਼ ਨਹੀਂ ਪੁੱਟ ਸਕਦਾ। ਫਿਰ ਉਹਨੂੰ ਕੰਟਰੈਕਟ ਦਿੰਦੇ ਆ। ਕੰਟਰੈਕਟ ਜੋ ਅਸੀਂ ਉਹਦੇ 'ਚ ਫਿਕਸ ਕੀਤਾ ਆ, ਉਹਦੇ ਪੈਸੇ ਜਦੋਂ ਉੱਥੋਂ ਰੇਤ ਜਾਂ ਬਜਰੀ ਕੋਈ ਜਾਂ ਗ੍ਰੈਵਲ ਚੁੱਕਦੇ ਆ, ਉਹਦਾ ਜੋ ਮਾਲਕੀ ਦਾ ਹੱਕ ਆ, ਉਹਨੂੰ 2 ਰੁਪਏ ਸਮਥਿੰਗ ਆ ਫੁੱਟ ਦੇ, ਮੇਰਾ ਖਿਆਲ, ਮੈਨੂੰ ਪੱਕਾ ਤਾਂ ਨਹੀਂ ਯਾਦ, ਉਹ ਉਹਨੂੰ ਮਾਲਕ ਨੂੰ ਦੇਣੇ ਪੈਂਦੇ ਆ।
ਔਰ ਉਸ ਤੋਂ ਬਾਅਦ ਉਹ ਦਿੱਤਾ ਮਾਲਕ ਨੂੰ। ਇਹ ਨਹੀਂ ਵੀ ਮਾਲਕ ਤੋਂ ਬਗੈਰ ਪੁੱਛਣ ਤੋਂ ਅਸੀਂ ਉਹ ਸਾਰਾ ਕੁਝ ਪੁੱਟ ਲੈਂਦੇ ਆ। ਉਹਦਾ ਜਿੰਨਾ ਹੱਕ ਬਣਦਾ ਉਹਨੂੰ ਪੈਸੇ ਦਿੱਤੇ ਜਾਂਦੇ। ਸਰਕਾਰੀ ਸਾਹਿਬ, ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਕਾਫੀ ਸਰਗਰਮ ਨਜ਼ਰ ਆ ਰਹੀ ਹੈ, ਲਗਾਤਾਰ ਰੈਲੀਆਂ ਕਰਤੀਆਂ ਜਾ ਰਹੀਆਂ, ਲੋਕਾਂ ਨੂੰ ਸ਼ਾਮਲ ਕੀਤਾ ਜਾ ਰਿਹਾ, ਜਿਵੇਂ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਪਿਛਲੇ ਦਿਨੀ ਸ਼ਾਮਲ ਕੀਤਾ ਹੈ। ਤਾਂ ਇੱਕ ਨਵਾਂ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣੂਗੀ ਤਾਂ 300 ਯੂਨਿਟ ਲੋਕਾਂ ਨੂੰ ਮਾਫ ਕੀਤਾ ਜਾਏਗਾ। ਤਾਂ ਅਗਰ ਤੁਹਾਡੀ ਗਤੀਵਿਧੀ ਕੀ ਹੋਏਗੀ, ਤੁਹਾਡੀ ਪੰਜਾਬ ਦੇ ਵਿੱਚ ਸਰਕਾਰ ਬਣਦੀ? ਦੇਖੋ ਸਾਡੇ 200 ਯੂਨਿਟ ਤੇ ਪਹਿਲਾਂ ਹੀ ਮਾਫ ਆ। ਤੁਸੀਂ ਚੰਗੀ ਤਰ੍ਹਾਂ ਕੇਜਰੀਵਾਲ ਸਾਹਿਬ ਦਾ ਬਿਆਨ ਨਹੀਂ ਪੜ੍ਹਿਆ। ਉਹਨਾਂ ਨੇ ਕਿਹਾ ਸੀ 300 ਯੂਨਿਟ ਮਾਫ ਕਰਾਂਗੇ, ਪਰ ਜੇ 301 ਯੂਨਿਟ ਵੀ ਆ ਗਿਆ ਤੇ ਸਾਰੇ ਤੇ ਬਿੱਲ ਲੱਗੂਗਾ, ਉਹਦੇ 'ਚ ਕੋਈ ਮਾਫੀ ਮੂਫੀ ਨਹੀਂ। ਤੇ ਅੱਜ ਕੱਲ੍ਹ ਚੰਗੇ ਘਰਾਂ ਦਾ ਤੇ 301 ਤੋਂ 400 500 ਯੂਨਿਟ ਵੀ ਆ ਜਾਂਦਾ। ਇਸ ਕਰਕੇ ਉਹ ਇੱਕ ਡਰਾਮਾ ਆ। ਬਾਕੀ ਸਾਡੀ ਕਾਂਗਰਸ ਨੇ ਤਾਂ ਪਹਿਲਾਂ ਹੀ 200 ਯੂਨਿਟ ਮਾਫ ਕਰ ਛੱਡਿਆ ਗਰੀਬਾਂ ਲਈ, ਜਿਹਨਾਂ ਨੂੰ ਲੋਕਾਂ ਨੂੰ ਛੱਡਣਾ। ਔਰ ਉੱਥੇ ਇਹ ਵੀ ਨਹੀਂਗਾ ਕਿ ਉੱਤੇ 201 ਯੂਨਿਟ ਆ ਗਿਆ ਤੇ ਸਾਰਾ ਬਿੱਲ ਲੱਗੂਗਾ, 200 ਛੱਡਣਾ ਹੀ ਛੱਡਣਾ। ਐਸੀ ਗੱਲ ਕੋਈ ਨਹੀਂ। ਅਸੀਂ ਵੇਖਾਂਗੇ, ਸਾਡਾ ਵੀ ਚੀਜ਼ ਚੱਲ ਰਹੀ ਹੈ। ਜੇ ਹੋਰ ਵੀ ਐਵੇਂ ਲੋਕਾਂ ਨੂੰ ਗੁੰਮਰਾਹ ਝੂਠੇ ਕਰਨ ਲਈ ਅਸੀਂ ਕੁਝ ਨਹੀਂ ਕਰਾਂਗੇ। ਜਿਹੜੀ ਚੀਜ਼ ਕਰ ਦੇਣੀ ਉਹ ਐਲਾਨ ਕਰਾਂਗੇ। ਸਰਕਾਰੀ ਸਾਹਿਬ, ਜਿੱਥੇ ਕਾਂਗਰਸ ਪੰਜਾਬ ਦੇ ਵਿੱਚ ਕਾਟੋ ਕਲੇਸ਼ ਚੱਲ ਰਿਹਾ, ਉੱਥੇ ਪਿਛਲੇ ਦਿਨੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦਿੱਲੀ ਦੇ ਵਿੱਚ ਕੈਪਟਨ ਸਾਹਿਬ ਦੇ ਖਿਲਾਫ ਭੁਗਤ ਕੇ ਆਏ ਨੇ। ਕਿੰਨੀ ਕੁ ਸੱਚਾਈ ਹੈ? ਦੇਖੋ, ਪਤਾ ਨਹੀਂ ਕਿਸ ਤਰ੍ਹਾਂ ਮੈਨੂੰ ਕਹੀ ਜਾਂਦੇ ਆ। ਮੈਨੂੰ ਤੇ ਹੈਰਾਨਗੀ ਦੀ ਗੱਲ ਆ, ਕੈਪਟਨ ਸਾਹਿਬ ਦੇ ਖਿਲਾਫ ਮੈਂ ਕੀ ਭੁਗਤਣਾ ਸੀ? ਕੈਪਟਨ ਸਾਹਿਬ ਨਾਲ ਮੇਰੇ ਜੋ ਸੰਬੰਧ ਆ, ਮੇਰਾ ਖਿਆਲ ਕਿਸੇ ਵਿਅਕਤੀ ਦੇ ਵੀ ਨਹੀਂ ਉਹਨੇ ਪੁਰਾਣੇ ਹੋਣੇ। ਕਾਫੀ ਨਜ਼ਦੀਕ ਮੰਨੇ ਜਾਂਦੇ ਹੋ ਤੁਸੀਂ। ਹਾਂ, ਮੈਂ 1998 ਤੋਂ ਉਹਨਾਂ ਦੇ ਨਾਲ ਸੀ। ਉਦੋਂ ਜਦੋਂ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ ਸੀ, ਮੈਨੂੰ ਉਹਨਾਂ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ। ਔਰ ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਉਹਨਾਂ ਦੇ ਨਾਲ ਹੀ ਰਿਹਾ। ਕਈ ਟਾਈਮ ਆਏ ਵੀ ਆ, ਉਹਨਾਂ ਦੇ ਵੀ ਕ੍ਰਾਈਸਿਸ ਆਏ ਆ। ਬੜੇ ਜਿਹੜੇ ਆਪਣੇ ਆਪ ਨੂੰ ਸਲਾਹਕਾਰ ਦੱਸਦੇ ਆ, ਜੋ ਛੱਡ ਕੇ ਉਹ ਵੇਲੇ ਭੱਜ ਜਾਂਦੇ ਸੀ। ਮੈਂ ਤਾਂ ਉਦੋਂ ਵੀ ਉਹਨਾਂ ਦੇ ਨਾਲ ਰਿਹਾ। ਰਹਿ ਗਈ ਗੱਲ ਮੇਰੀ ਉੱਥੇ ਜਾ ਕੇ ਵਿਰੋਧੀ ਬੋਲਣ ਦੀ, ਵਿਰੋਧੀ ਮੈਂ ਕੈਪਟਨ ਸਾਹਿਬ ਦੇ ਵਿਰੁੱਧ ਤੇ ਬੋਲ ਹੀ ਨਹੀਂ ਸਕਦਾ। ਨਾ ਮੇਰੀ ਸੋਚ ਹੈ, ਨਾ ਮੇਰੇ ਆ ਹੀ ਸਕਦੀ ਇਹੋ ਜਿਹੀ ਸੋਚ। ਹਾਂ, ਮੇਰੀ ਇੱਕ ਅਫਸਰ ਨਾਲ ਜ਼ਰੂਰ ਤੂੰ ਮੈਂ ਹੋਈ ਸੀਗੀ, ਔਰ ਉਹਦੇ ਖਿਲਾਫ ਮੈਂ ਜ਼ਰੂਰ ਉੱਥੇ ਜਾ ਕੇ ਸਾਰਿਆਂ ਨੂੰ ਕਿਹਾ। ਸਰਕਾਰੀ ਸਾਹਿਬ, ਇੱਕ ਨਵਜੋਤ ਸਿੰਘ ਸਿੱਧੂ ਵੱਲੋਂ ਜਿੱਥੇ ਅਹੁਦਿਆਂ ਨੂੰ ਲੈ ਕੇ ਰੌਲਾ ਰੱਪਾ ਪਾਇਆ ਕਿ ਮੈਨੂੰ ਜਿਹੜਾ ਪ੍ਰਧਾਨ ਬਣਾ ਦਿੱਤਾ ਜਾਵੇ, ਉੱਥੇ ਕੈਪਟਨ ਸਾਹਿਬ ਵੱਲੋਂ ਕੁਝ ਹੋਰ ਵੀ ਚਿਹਰੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਵੇਂ ਰਾਜ ਕੁਮਾਰ ਵੇਰਕਾ, ਕੁਝ ਹੋਰ ਵੀ ਚਿਹਰੇ ਨੇ। ਸਰਕਾਰੀਆ ਸਾਹਿਬ ਜਿਹੜੇ ਨੇ ਕਾਫੀ ਨਜ਼ਦੀਕ ਨੇ ਕੈਪਟਨ ਸਾਹਿਬ ਦੇ। ਆਪਣਾ ਨਹੀਂ ਦਿਲ ਕਰਦਾ ਤੁਹਾਡਾ ਕਿ ਮੈਂ ਵੀ ਕਿਤੇ ਨਾ ਕਿਤੇ ਕੁਝ ਹੋਰ ਉੱਪਰਲਾ ਅਹੁਦਾ ਹੋਵੇ? ਦੇਖੋ, ਮੈਂ ਇੱਕ ਬੇਨਤੀ ਕਰਾਂ, ਮੈਂ ਪਰਮਾਤਮਾ ਦੀ ਰਜ਼ਾ 'ਚ ਰਹਿਣਾ। ਜੋ ਕੁਝ ਮੈਨੂੰ ਮਿਲ ਗਿਆ ਮੇਰੇ ਲਈ ਬਹੁਤ ਕੁਝ ਆ। ਇੱਜ਼ਤ ਮਾਣ ਕੈਪਟਨ ਸਾਹਿਬ ਨੇ ਬਹੁਤ ਦਿੱਤਾ। ਇਸ ਤੋਂ ਵੱਧ ਨਾ ਮੇਰੀ ਸੋਚ ਆ, ਨਾ ਮੈਂ ਉਹਨਾਂ ਕੁਝ ਕਰ ਹੀ ਸਕਦਾ। ਮੈਨੂੰ ਤੇ ਪਰਮਾਤਮਾ ਇੱਥੇ ਕੀ ਰੱਖੇ ਤੇ ਮੈਂ ਬਹੁਤ ਖੁਸ਼ ਰਹੂੰਗਾ। ਵਿਧਾਨ ਸਭਾ ਚੋਣਾਂ ਸਮੇਂ ਤੁਸੀਂ ਲੋਕਾਂ ਦੇ ਨਾਲ, ਰਾਜਾ ਸਾਂਸੀ ਹਲਕੇ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ, ਅਕਸਰ ਮੈਂ ਤੁਹਾਡੇ ਵਾਅਦਿਆਂ ਤੇ, ਤੁਹਾਡੇ ਕੀਤੇ ਕੰਮਾਂ ਤੇ ਖਰਾ ਨਾ ਉਤਰਿਆ ਤੇ ਮੈਂ ਦੁਬਾਰਾ ਚੋਣਾਂ ਤੇ ਤੁਹਾਡੇ ਕੋਲ ਵੋਟ ਮੰਗਣ ਨਹੀਂ ਆਊਗਾ। ਕਿ ਅੱਜ 4.5 ਸਾਲ ਗੁਜ਼ਰ ਗਏ ਆ, ਤੁਸੀਂ ਹੱਕਦਾਰ ਹੋ ਗਏ ਹੋ ਲੋਕਾਂ ਕੋਲ ਵੋਟ ਮੰਗਣ ਦੇ? ਤੁਸੀਂ ਮਾਲਾ ਜੀ ਹਲਕੇ 'ਚ ਕਾਫੀ ਵਿਚਰਦੇ ਰਹਿੰਦੇ ਹੋ, ਅੰਮ੍ਰਿਤਸਰ ਜ਼ਿਲ੍ਹੇ 'ਚ ਵੀ ਵਿਚਰਦੇ ਹੋ, ਵੱਖ-ਵੱਖ ਥਾਵਾਂ 'ਤੇ ਵੀ ਜਾਂਦੇ ਹੋ। ਵੇਖੋ, ਮੈਂ 3-4 ਮੇਰੇ ਮਨ 'ਚ ਸੀਗੇ ਜਿਹੜੇ ਪ੍ਰੋਗਰਾਮ ਸੀਗੇ, ਜਿਹੜੇ ਮੈਂ ਚਾਹੁੰਦਾ ਸਾਂ। ਇੱਕ ਤਾਂ ਮੇਰੇ ਮਨ 'ਚ ਸੀਗਾ ਕਿ ਜਿਹੜੀਆਂ ਸੜਕਾਂ ਨੇ, ਜਿਹੜੀਆਂ ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਜਾਂਦੀਆਂ, ਉਹ ਸਾਰੀਆਂ ਚੌੜੀਆਂ ਕਰਨੀਆਂ। ਸਾਰੀਆਂ ਤਾਂ ਨਹੀਂ ਹੋ ਸਕੀਆਂ, ਪਰ ਮੈਨੂੰ ਆਸ ਹੈ ਕਿ ਜਦੋਂ ਤੱਕ ਇਲੈਕਸ਼ਨ ਹੋਣੀ 90% ਉਹ ਸਾਰੀਆਂ ਸੜਕਾਂ ਚੌੜੀਆਂ ਹੋਣੀਆਂ। ਦੂਜਾ ਮੇਰੇ ਮਨ 'ਚ ਸੀਗਾ ਕਿ ਸਾਡੇ ਲੋਕ ਜਿਹੜੇ ਇੱਧਰਲੇ ਆ ਬੱਚੀਵਿੰਡ ਸਾਈਡ ਜਾਂ ਖਿਆਲੇ ਸਾਈਡ ਤੋਂ ਇਹਨਾਂ ਨੂੰ ਜਨਾਲੇ ਜਾਣਾ ਪੈਂਦਾ, ਅਤੇ ਸਬ ਡਿਵੀਜ਼ਨ ਇੱਥੇ ਲੈ ਕੇ ਆਉਣੀ ਆ। ਉਹ ਵੀ ਮੈਂ ਮਨਜ਼ੂਰ ਕਰਾ ਲਈ ਆ। ਥੋੜ੍ਹੇ ਦਿਨਾਂ ਤੱਕ ਉਹਦੀ ਬਿਲਡਿੰਗ ਬਣਨੀ ਸ਼ੁਰੂ ਹੋ ਜਾਣੀ ਆ। ਵਧੀਆ ਮਿਨੀ ਸੈਕਟਰੀਏਟ ਟਾਈਪ ਇੱਥੇ ਬਿਲਡਿੰਗ ਬਣਾਵਾਂਗੇ, ਸਾਰੇ ਦਫ਼ਤਰ ਉੱਥੇ ਲੈ ਕੇ ਆਵਾਂਗੇ। ਨਹਿਰਾਂ ਦਾ ਮੇਰੇ ਮਨ ਸੀਗਾ, ਕਿਉਂਕਿ ਅੱਜ ਪਾਣੀ ਦੀ ਬੜੀ ਜ਼ਰੂਰਤ ਆ ਜ਼ਿਮੀਂਦਾਰ ਭਰਾਵਾਂ ਨੂੰ, ਔਰ ਜਿਹੜਾ ਜ਼ਮੀਨ ਦਾ ਥੱਲੜਾ ਪਾਣੀ ਉਹ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ। ਇਹ ਵੀ ਮੇਰੇ ਮਨ ਦੀ ਮਨਸਾ ਸੀ ਕਿ ਸੱਚੇ ਪਾਤਸ਼ਾਹ ਹਿੰਮਤ ਨਹੀਂ, ਤਾਕਤ ਬਖਸ਼ੀ, ਇਹ ਲੋਕਾਂ ਨੂੰ ਪਾਣੀ ਟੇਲਾਂ ਤੱਕ ਪਹੁੰਚਾਉਣਾ। ਅਤੇ ਉਹ ਵੀ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ। ਔਰ ਤੁਹਾਨੂੰ ਪਤਾ ਸਾਡੀਆਂ ਸਾਰੇ ਨਹਿਰੇ ਸੂਏ ਜਿਹੜੇ ਪੱਕੇ ਜਿਹੜੇ ਕਰਾਤੇ। ਔਰ ਨਹਿਰਾਂ ਨੂੰ ਲੈ ਕੇ ਕਾਫੀ ਸਵਾਲ ਖੜਾ ਹੋ ਰਿਹਾ ਤੁਹਾਡੇ 'ਤੇ, ਕਹਿੰਦੇ ਕਿ ਇਹ ਕਿਸਾਨਾਂ ਨੂੰ ਕਾਫੀ ਦਿੱਕਤ ਆ ਰਹੀ ਹੈ, ਨਹਿਰਾਂ ਪੱਕੀਆਂ ਕਰ ਦਿੱਤੀਆਂ, ਖੇਤਾਂ ਨੂੰ ਪਾਣੀ ਨਹੀਂ ਜਾ ਰਿਹਾ। ਦੇਖੋ, ਪਾਣੀ ਇਸ ਵੇਲੇ ਮੈਂ ਨਹੀਂ ਕਹਿੰਦਾ, ਤੁਸੀਂ ਆਮ ਲੋਕਾਂ ਨੂੰ ਪੁੱਛ ਕੇ ਵੇਖੋ। ਵਿਰੋਧੀਆਂ ਨੇ ਤਾਂ ਕੋਈ ਨਾ ਕੋਈ ਵੱਲੀ ਗੱਲ ਹੀ ਕਰਨੀ ਹੁੰਦੀ ਆ, ਪਰ ਮੈਨੂੰ ਪਤਾ ਕਿ ਇਹ ਚੀਜ਼ ਦੇ ਨਾਲ ਸਾਡਾ ਪਾਣੀ ਜਿਹੜਾ ਖਰਾਬ ਹੁੰਦਾ ਸੀਗਾ ਉਹ ਬਹੁਤ ਬਚ ਜਾਣਾ। ਔਰ ਲੋਕ ਹੀ ਦੱਸਦੇ ਆ ਕਿ ਜਿੱਥੇ ਸਾਨੂੰ ਜਿੰਨੇ ਟਾਈਮ 'ਚ 1 ਕਿੱਲਾ ਉਹ ਮੋਗੇ 'ਚੋਂ ਭਰਦਾ ਸੀ, ਅੱਜ 2-2 ਕਿੱਲੇ ਭਰਨੇ ਸ਼ੁਰੂ ਹੋ ਗਏ ਆ। ਸੋ ਇਹ ਚੀਜ਼ਾਂ 'ਤੇ ਵੇਖੋ, ਪਰਮਾਤਮਾ ਮਿਹਰ ਰੱਖੇ। ਅਜੇ ਵੀ ਸਾਡੀਆਂ ਕੋਈ ਵੱਡੀਆਂ ਨਹਿਰਾਂ ਰਹਿੰਦੀਆਂ, ਉਹ ਵੀ ਪੱਕੀਆਂ ਕਰਾਂਗੇ।
ਇਹ ਤੇ ਲੋਕ ਦੱਸਣਗੇ ਵੀ ਉਹਨਾਂ ਨੂੰ ਫਾਇਦਾ ਕਿ ਨੁਕਸਾਨ, ਇਹ ਤੇ ਆਪੇ ਵੋਟਾਂ 'ਚ ਸੋਚਣਗੇ ਲੋਕ। ਮੈਂ ਅੱਜ ਆਪਣੇ ਮੂੰਹ ਕਹਿਦਾ, ਪਰ ਮੇਰੇ ਮਨ ਦੀਆਂ ਜੋ ਖਾਸ਼ਾਂ ਸੀਗੀਆਂ, ਮੈਨੂੰ ਇਹੋ ਹੀ ਸੀਗਾ ਕਿ ਜੇ ਲੋਕਾਂ ਨੇ ਮੈਨੂੰ 3 ਵਾਰੀ ਅੱਗੇ ਲਗਾਤਾਰ ਜਿਤਾਇਆ ਤੇ ਮੇਰਾ ਵੀ ਫਰਜ਼ ਬਣਦਾ ਕਿ ਮੈਂ ਇਹਨਾਂ ਦੀ ਸੇਵਾ ਕਰਾਂ, ਇਹਨਾਂ ਲਈ ਵੱਧ ਤੋਂ ਵੱਧ ਜੋ ਕੰਮ ਕਰ ਸਕਦਾ ਹਾਂ। ਸਵਾਲ ਫਿਰ ਮੈਂ ਦੁਬਾਰਾ ਕਰਨਾ ਚਾਹੂੰਗਾ, ਅਗਰ ਨਵਜੋਤ ਸਿੰਘ ਸਿੱਧੂ ਤਾਂ ਕੈਪਟਨ ਧੜਾ 2 ਬਣ ਜਾਂਦੇ ਪੰਜਾਬ ਦੇ ਵਿੱਚ, ਤੇ ਸਰਕਾਰੀਆ ਸਭ ਕਿਹਦੇ ਨਾਲ ਖਲੋਣਗੇ? ਦੇਖੋ, ਕੋਈ ਧੜਾ ਨਹੀਂ ਐਸਾ ਬਣਦਾ, ਪਰਿਵਾਰਾਂ 'ਚ ਵੀ ਗੱਲਾਂ ਕਈ ਹੋ ਜਾਂਦੀਆਂ, ਧੜਾ ਧੁੜਾ ਵਾਲੀ ਕੋਈ ਗੱਲ ਨਹੀਂ ਚੱਲਣੀ। ਕਾਂਗਰਸ ਹਾਈ ਕਮਾਂਡ ਬੈਠੀ ਹੈ ਸਾਡੀ, ਕੈਪਟਨ ਸਾਹਿਬ ਇੱਥੇ ਪੰਜਾਬ 'ਚ ਨੇ, ਬੜੇ ਸਿਆਣੇ ਨੇ, ਸੂਝਵਾਨ ਨੇ। ਹਾਂ, ਮੈਂ ਜਿਸ ਤਰ੍ਹਾਂ ਤੁਹਾਨੂੰ ਸ਼ੁਰੂਆਤ ਕਹੀ ਆ ਵੀ ਕੋਈ ਨਾ ਕੋਈ ਗੱਲਾਂ ਹੋ ਜਾਂਦੀਆਂ, ਪਰਿਵਾਰ 'ਚ ਵੀ ਹੋ ਜਾਂਦੀਆਂ, ਸਾਰਾ ਕੁਝ ਰਲ ਮਿਲ ਕੇ ਠੀਕ ਹੋਊਗਾ ਔਰ ਸਾਰੇ ਰਲ ਮਿਲ ਕੇ ਇਕੱਠੇ ਇਲੈਕਸ਼ਨ ਲੜਾਂਗੇ। ਸਰਕਾਰੀ ਸਾਹਿਬ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਤੁਸੀਂ ਬਾਈਬਲ ਕਲਾਂ ਦੇ ਵਿੱਚ ਜੋ ਇੱਕ ਧਰਨਾ ਲਗਾਇਆ ਸੀਗਾ ਗੋਲੀकांड ਦੇ ਮਾਮਲੇ 'ਚ, ਤਾਂ ਤੁਹਾਡੇ ਹੀ ਕੁਝ ਆਗੂਆਂ ਨੇ ਉੱਥੇ ਭਰੋਸਾ ਦਿੱਤਾ ਸੀ ਕਿ ਅਸੀਂ ਇਨਸਾਫ ਦਿਵਾਵਾਂਗੇ, ਬੇਅਦਬੀਆਂ ਦਾ ਦੇਵਾਂਗੇ, ਗੋਲੀकांड ਦਾ ਇਨਸਾਫ ਦਿਵਾਵਾਂਗੇ। ਪਰ ਹੁਣ ਅਜੇ ਤੱਕ ਇਨਸਾਫ ਨਹੀਂ ਮਿਲਿਆ। ਕਾਫੀ ਐਸਆਈਟੀਆਂ ਜਿਹੜੀਆਂ ਉਹ ਚੇਂਜ ਵੀ ਹੋ ਗਈਆਂ, ਰੱਦ ਵੀ ਹੋ ਗਈਆਂ, ਚੋਣਾਂ ਦੁਬਾਰਾ ਆ ਗਈਆਂ ਬਾਈ ਦੀਆਂ। ਦੇਖੋ, ਇਹਦੇ 'ਚ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਬੜਾ ਦੁੱਖ ਹੈ, ਅਫਸੋਸ ਹੈ ਕਿ ਉਸ ਵੇਲੇ ਸਾਡੇ ਗੁਰੂ ਦੀ ਬੇਅਦਬੀ ਹੋਈ ਔਰ ਉਹਦੇ ਵਾਸਤੇ ਕੈਪਟਨ ਸਾਹਿਬ ਵੀ ਉਸ ਵੇਲੇ ਗਏ ਸੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਕੈਪਟਨ ਸਾਹਿਬ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਆ, ਸਿੱਟ ਫਾਰਮ ਕੀਤੀ ਆ, ਟਾਈਮ ਲੱਗ ਜਾਂਦਾ ਆ, ਪਰ ਜਿਸ ਤਰ੍ਹਾਂ ਮਤਲਬ ਲੋਕਾਂ ਦੇ ਮਨ 'ਚ ਸੀਗਾ ਕਿ ਬਹੁਤ ਜਲਦੀ ਇਹਦਾ ਮਿਲੇ। ਮੁੱਖ ਮੰਤਰੀ ਸਾਹਿਬ ਨੂੰ ਇਹੋ ਸੀ ਕਿ ਕਾਨੂੰਨੀ ਢੰਗ ਨਾਲ ਜੋ ਵੀ ਇਹਦਾ ਫੈਸਲਾ ਹੋਵੇ ਉਹ ਮੈਂ ਕਰਾਵਾਂ। ਔਰ ਤੁਸੀਂ ਆ ਵੇਖੋ, ਪਿਛਲੇ ਥੋੜ੍ਹਾ ਸਮਾਂ ਪਹਿਲੋਂ ਸਾਰੇ ਕਹਿੰਦੇ ਸੀ ਵੀ ਕੰਵਰ ਵਿਜੇ ਪ੍ਰਤਾਪ ਜਿਹੜਾ ਆ ਇਹ ਬੜਾ ਜੀ ਵਧੀਆ ਆਫੀਸਰ ਆ, ਇਹਨੂੰ ਸਿੱਟ ਦਾ ਇੰਚਾਰਜ ਲਓ, ਵੇਖਿਓ ਕਿੱਡੀ ਛੇਤੀ ਫੈਸਲਾ ਕਰ ਦਿੰਦਾ। ਔਰ ਕੈਪਟਨ ਸਾਹਿਬ ਨੂੰ ਅਸੀਂ ਵੀ ਸਾਰਿਆਂ ਨੇ ਜਾ ਕੇ ਕਿਹਾ ਔਰ ਮੈਂ ਵੀ ਸਮਝਦਾ ਸਾਂ, ਮੇਰੇ ਮਨ 'ਚ ਵੀ ਸੀ, ਔਰ ਇਹਨਾਂ ਨੂੰ ਲਾਇਆ ਔਰ ਜੋ ਉਹਦਾ ਰਿਜ਼ਲਟ ਨਿਕਲਿਆ ਉਹ ਸਾਰਿਆਂ ਦੇ ਸਾਹਮਣੇ ਆ। ਹਾਈ ਕੋਰਟ ਨੇ ਉਹਦੇ ਚਲਾਨ ਉਹ ਭੁਆ ਕੇ ਮਾਰੇ ਜਿਹੜੇ ਕਿ ਪੂਰੇ ਕੰਪਲੀਟ ਹੀ ਨਹੀਂ ਸੀ। ਹੁਣ ਕੀ ਕਿਸੇ ਨੂੰ ਅਸੀਂ ਕਹਿ ਸਕਦੇ ਹਾਂ ਜਿੱਤੋਂ ਆਸ ਰੱਖੀ ਸੀ ਕਿ ਇਹ ਸਾਨੂੰ ਇਨਸਾਫ ਦਵਾਊਗਾ, ਵਧੀਆ ਫੈਸਲਾ ਦੇਊਗਾ, ਉਹੀ ਗਲਤ ਕਰ ਗਿਆ। ਹੁਣ ਨਵੀਂ ਸਿੱਟ ਫਾਰਮ ਕੀਤੀ ਆ, ਉਹਦੇ 'ਚ ਲੱਗੇ ਆ ਔਰ ਕੋਸ਼ਿਸ਼ ਆ ਕੈਪਟਨ ਸਾਹਿਬ ਦੀ ਕਿ ਜਲਦੀ ਤੋਂ ਜਲਦੀ ਇਹਦਾ ਜਿਹੜਾ ਫੈਸਲਾ। ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ, ਜਿਹੜੀ ਸਿੱਟ ਸੀ ਕਿਤੇ ਨਾ ਕਿਤੇ ਲੱਗਦਾ ਹੈ ਕੋਈ ਸ਼ੱਕ ਵਾਲੀ ਗੱਲ ਪੈਦਾ ਹੋ ਰਹੀ ਹੈ। ਦੇਖੋ, ਇਹ ਤੇ ਹੁਣ ਜਦੋਂ ਉਹਨੇ ਜੁਆਇਨ ਕਰ ਲਈ ਆ, ਹੁਣ ਜ਼ਰੂਰ ਸ਼ੱਕ ਦੇ ਘੇਰੇ 'ਚੋਂ ਆ ਗਏ। ਕਹਿ ਰਹੇ ਸੀ ਪਹਿਲਾਂ ਵੀ ਗੱਲਬਾਤ ਚੱਲਦੀ ਸੀ। ਮੈਂ ਹੁਣ ਤੇ ਇਹੋ ਹੀ ਲੱਗਦਾ ਜੀ, ਇਹਨਾਂ ਨੇ ਪਹਿਲਾਂ ਹੀ ਸਕ੍ਰਿਪਟੇ ਲਿਖੀ ਸੀ, ਕੇਜਰੀਵਾਲ ਨੇ ਨਾਲ ਮਿਲ ਕੇ ਤੈਅ ਕੀਤਾ ਸੀ ਵੀ ਇੰਜ ਕਰਾਂਗੇ ਵੀ ਅਕਾਲੀ ਦਲ ਤੇ ਅੱਗੇ ਹੀ ਬਦਨਾਮ ਆ ਇਸ ਕੰਮ ਕਰਕੇ, ਬਰਗਾੜੀ ਵਾਲੇ ਇਸ਼ੂ ਤੇ ਵੀ ਇਹਨਾਂ ਨੇ ਸਾਰਾ ਉੱਥੇ ਬੇਅਦਬੀ ਦਾ ਇਹਨਾਂ ਦੇ ਵੇਲੇ ਹੋਇਆ, ਤੇ ਕਾਂਗਰਸ ਨੂੰ ਵੀ ਇਹਦੇ 'ਚ ਲਪੇਟ ਦਈਏ ਔਰ ਐ ਪਲੈਨਡ ਪ੍ਰੋਗਰਾਮ ਇਹਨਾਂ ਨੇ ਬਣਾ ਕੇ ਜੋ ਕੁਝ ਕੀਤਾ ਔਰ ਹੁਣ ਸਾਰਿਆਂ ਦੇ ਸਾਹਮਣੇ ਆ ਗਿਆ। ਸਰਕਾਰੀ ਸਾਹਿਬ 4.5 ਸਾਲ ਬੀਤ ਕੇ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਤਾਂ ਕਾਫੀ ਲੋਕ ਸਵਾਲ ਕਰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ ਕੇ ਸਹੁੰ ਖਾਦੀ ਸੀ, ਘਰ ਘਰ ਦੇ ਵਿੱਚ ਰੁਜ਼ਗਾਰ ਦੇਵਾਂਗਾ, ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗਾ, ਰੇਤ ਮਾਫੀਆ, ਹਰ ਤਰ੍ਹਾਂ ਦੀ ਬੇਅਦਬੀ ਵਰਗੇ ਮਾਮਲਿਆਂ ਦੀ ਜਿਹੜੀ ਉਹ ਜਾਂਚ ਨਿਰਪੱਖੀ ਦੀ, ਕੀ ਘਰ ਘਰ ਦੇ ਵਿੱਚ ਰੁਜ਼ਗਾਰ ਦੇ ਦਿੱਤਾ ਕੈਪਟਨ ਸਾਹਿਬ? ਦੇਖੋ, ਇੰਜ ਸੀਗਾ ਜਦੋਂ ਇਲੈਕਸ਼ਨਾਂ ਲੜੀਆਂ ਸੀ ਕੈਪਟਨ ਸਾਹਿਬ ਨੇ, ਉਦੋਂ ਇਹ ਨਹੀਂ ਸੀ ਪਤਾ ਵੀ ਪੰਜਾਬ ਸਰਕਾਰ ਕਿੱਥੇ ਖੜੀ ਆ ਤੇ ਕਿੰਨਾ ਹਾਲ ਮਾੜਾ ਇਹਨਾਂ ਨੇ ਅਕਾਲੀਆਂ ਨੇ ਕਰ ਦਿੱਤਾ। ਸੋਚ ਉਹਨਾਂ ਦੀ ਚੰਗੀ ਸੀ ਔਰ ਭਾਵੇਂ ਉਹ ਸਰਕਾਰੀ ਨੌਕਰੀਆਂ ਨਹੀਂ ਦੇ ਸਕੇ, ਪਰ ਆ ਜਿਹੜੇ ਪ੍ਰਾਈਵੇਟ ਤੌਰ ਤੇ ਜਿਹੜੇ ਕੈਂਪ ਲਾਏ ਆ, ਲੱਗਦੇ ਰਹੇ, ਤੁਹਾਨੂੰ ਪਤਾ 6-6 ਮਹੀਨਿਆਂ ਬਾਅਦ ਕੈਂਪ, 3 ਮਹੀਨਿਆਂ ਬਾਅਦ ਬਾਹਰ ਦੀਆਂ ਕੰਪਨੀਆਂ ਲੈ ਕੇ ਆਉਣੀਆਂ, ਉਹਦੇ ਤਕਰੀਬਨ 16 ਲੱਖ ਬੱਚੇ ਨੂੰ ਜਿਹੜਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਿਹੜਾ ਰੁਜ਼ਗਾਰ ਮਿਲ ਚੁੱਕਾ, ਇਸ ਤੋਂ ਵੱਧ ਹੀ ਆ। ਹਾਂ, ਡਾਇਰੈਕਟ ਜਿਹੜੀਆਂ ਨੌਕਰੀਆਂ ਸੀਗੀਆਂ ਉਹ ਹੁਣ ਜਿੰਨੀਆਂ ਕੁ ਹੋ ਸਕਦੀਆਂ, ਜਿੰਨੀਆਂ ਕੁ ਲੋੜ ਪੈਣੀ ਉਨੀਆਂ ਹੀ ਰੱਖ ਸਕਦੇ ਹਾਂ। ਉਸ ਵੇਲੇ ਸੋਚ ਸੀਗੀ ਕਿ ਸਾਰਾ ਕੁਝ ਕਰਾਂਗੇ, ਪਰ ਫਾਈਨੈਂਸ ਵੇਖ ਕੇ ਸਾਰਾ ਕੁਝ ਚੀਜ਼ਾਂ ਜਦੋਂ ਵੇਖੀਆਂ ਗਈਆਂ ਉਦੋਂ ਸਾਰੀਆਂ ਚੀਜ਼ਾਂ ਨਹੀਂ ਹੋ ਸਕੀਆਂ। ਜਿਹੜੀ ਨਸ਼ਿਆਂ ਦੀ ਤੁਸੀਂ ਗੱਲ ਕਰਦੇ ਹੋ, ਨਸ਼ਿਆਂ ਦਾ ਤੁਸੀਂ ਆਪ ਝਾਤੀ ਮਾਰ ਲਓ ਕਿ 17 ਤੋਂ ਪਹਿਲਾਂ ਕੀ ਹਾਲ ਸੀ। ਜਦੋਂ ਪਿੰਡਾਂ 'ਚ ਜਾਈਦਾ ਹੁੰਦਾ ਸੀ, ਕੋਈ ਉੱਥੇ ਪਿਆ ਹੁੰਦਾ ਸੀ ਡਿੱਗਿਆ, ਕੋਈ ਉੱਥੇ ਪਿਆ ਸੀ। ਮੈਂ ਨਹੀਂ ਆਂਦਾ 100% ਕੰਮ ਹੋ ਗਿਆ, ਪਰ ਕੈਪਟਨ ਸਾਹਿਬ ਨੇ ਕਿਹਾ ਸੀ ਮੈਂ ਨਸ਼ਿਆਂ ਦਾ ਲੱਕ ਤੋੜ ਦੂੰਗਾ। ਉਹਦੇ 'ਚ ਨੋ ਡਾਊਟ ਕਿ ਲੱਕ ਟੁੱਟਾ ਆ, ਬਹੁਤ ਫਰਕ ਆ। ਵੇਖੋ, ਜੇ ਤੁਸੀਂ 100% ਕਹੋ ਤਾਂ ਮੇਰਾ ਨਹੀਂ ਖਿਆਲ ਕਦੀ ਵੀ ਕਿਤੇ ਇਹੋ ਜਿਹੀ ਚੀਜ਼ ਕੋਈ ਖਤਮ ਹੋ ਸਕਦੀ ਹੋਵੇ, ਪਰ ਫਿਰ ਵੀ ਇਸ ਵੇਲੇ ਬਹੁਤ ਘੱਟ ਆ ਜਿਹੜਾ ਇਸ ਮਹਿਕ ਦਾ ਨਸ਼ਾ ਜਿਹੜਾ। ਜੇ ਗੱਲ ਕਰੀਏ, ਪਿਛਲੇ ਲੰਮੇ ਸਮੇਂ ਤੋਂ ਅਧਿਆਪਕ ਜਿਹੜੇ ਨੇ ਪਟਿਆਲੇ ਦੇ ਵਿੱਚ ਮੁੱਖ ਮੰਤਰੀ ਦੇ ਘਰ ਦੇ ਬਾਹਰ ਪ੍ਰੋਟੈਸਟ ਕਰ ਰਹੇ ਨੇ ਪੱਕੇ ਕਰਨ ਨੂੰ ਜਾਂ ਨੌਕਰੀਆਂ ਵਾਸਤੇ। ਉੱਥੇ ਸਿਹਤ ਵਿਭਾਗ ਵੀ ਪਿਛਲੇ ਲੰਮੇ ਸਮੇਂ ਤੋਂ ਤੁਹਾਡੇ ਘਰਾਂ ਦੇ ਬੂਰੇ, ਮੰਤਰੀਆਂ ਦੇ ਘਰਾਂ ਦੇ ਬੂਰੇ ਪ੍ਰੋਟੈਸਟ ਕਰ ਰਹੇ ਨੇ। ਕਿਵੇਂ ਵੇਖਦੇ ਹੋ ਕਿ 22 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ, ਕੋਈ ਵੱਡਾ ਫਰਕ ਪੈ ਸਕਦਾ? ਦੇਖੋ, ਇਹ ਚੀਜ਼ਾਂ ਤੇ ਤੁਸੀਂ ਪੁਰਾਣੇ ਸਮੇਂ 'ਤੇ ਝਾਤੀ ਮਾਰ ਲਓ, ਜਦੋਂ ਇਲੈਕਸ਼ਨਾਂ ਨੇੜੇ ਆਉਂਦੀਆਂ ਉਦੋਂ। ਅੱਜ ਮੇਰੇ ਵੀ ਘਰ ਦੇ ਬਾਹਰ
ਆਂਗਣਵਾੜੀ ਟੀਚਰਾਂ ਨੇ ਆ ਕੇ ਸਵੇਰੇ ਧਰਨਾ ਲਾਇਆ, ਮੈਂ ਮਿਲਿਆ ਉਹਨਾਂ ਨੂੰ, ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਚਲੋ ਜੋ ਉਹਨਾਂ ਦੀਆਂ ਜਾਇਜ਼ ਡਿਮਾਂਡਸ ਨੇ ਉਹ ਪੂਰੀਆਂ ਵੀ ਕਰਾਂਗੇ। ਕੋਸ਼ਿਸ਼ ਸਮੇਂ-ਸਮੇਂ 'ਤੇ ਹੁੰਦੀ ਰਹਿੰਦੀ ਆ, ਪਰ ਜਿਉਂ-ਜਿਉਂ ਡਿਮਾਂਡਾਂ ਵੱਧਦੀਆਂ ਜਾਂਦੀਆਂ ਆ ਸਰਕਾਰ ਪੂਰਾ ਕਰਨ ਦੀ ਵੀ ਯਤਨ ਕਰਦੀ ਆ, ਪਰ ਫਿਰ ਵੀ ਜਿੱਥੇ ਨਹੀਂ ਸੈਟਿਸਫੈਕਸ਼ਨ ਹੁੰਦੀ ਉੱਥੇ ਸਾਡੀ ਕੋਸ਼ਿਸ਼ ਆ ਗਾਂਹ ਵੀ ਜਾਰੀ ਰਹੂਗੀ, ਕਰਾਂਗੇ ਉਹਨਾਂ ਦਾ ਵੀ ਠੀਕ ਜੋ ਹੋ ਸਕਦਾ। ਲਾਸਟ ਸਵਾਲ ਹੈ, 22 ਦੇ ਵਿੱਚ ਚੋਣਾਂ ਆ ਰਹੀਆਂ, ਕਿਸ ਬਲਬੂਤੇ ਤੇ ਤੁਹਾਡੇ ਵੱਲੋਂ ਚੋਣ ਜਿੱਤੀ ਜਾਊਗੀ? ਸਾਡੇ ਬਲਬੂਤੇ ਤੇ ਮੇਰਾ ਤੇ ਆਪਣੇ ਹਲਕੇ ਦੇ ਵਿੱਚ ਇੱਕੋ ਹੀ ਆ, ਡਿਵੈਲਪਮੈਂਟ ਦੇ ਨਾਂ 'ਤੇ ਇਲੈਕਸ਼ਨ ਲੜੂੰਗਾ। ਲੋਕਾਂ ਦੀ ਸੇਵਾ ਕੀਤੀ ਆ। ਹੁਣ ਆਹ ਮਾੜਾ ਟਾਈਮ ਆਇਆ ਸੀਗਾ ਕੋਵਿਡ ਦਾ, ਤੁਸੀਂ ਵੇਖੋ ਅੱਜ ਮੇਰਾ ਖਿਆਲ ਹੈ ਸਵਾ ਸਾਲ ਤੋਂ ਉੱਤੇ ਹੋ ਗਿਆ, 1.5 ਸਾਲ, ਪਿਛਲੇ ਮਾਰਚ 'ਚ ਆਈ ਸੀ ਨਾਮਰਾਦ ਚੀਜ਼। ਅਤੇ ਮੇਰਾ ਨਹੀਂ ਖਿਆਲ ਹੈ ਕਿ ਮੈਂ ਤਾਂ ਸਾਰੇ ਥਾਵਾਂ 'ਤੇ ਨਹੀਂ ਜਾ ਸਕਿਆ, ਪਰ ਮੇਰਾ ਭਤੀਜਾ ਦਲਰਾਜ ਤੁਹਾਨੂੰ ਪਤਾ ਇਕੱਲੇ ਪਿੰਡ 'ਚ ਗਿਆ, ਇਕੱਲੇ ਲੋਕਾਂ ਦੀ ਸਾਰ ਲਈ। ਉਸ ਵੇਲੇ ਕਿੱਥੇ ਸੀ ਦੂਜੀਆਂ ਪਾਰਟੀਆਂ ਵਾਲੇ? ਅੱਜ ਤੇ ਬੜੀਆਂ ਡੀਂਗਾਂ ਮਾਰਦੇ ਫਿਰਦੇ ਆ। ਕਦੀ ਕੋਈ ਨਿਕਲਿਆ ਸੀ ਕਿਸੇ ਪਿੰਡ 'ਚ ਕੋਈ ਗਿਆ ਸੀ? ਉਹਨੂੰ ਬੇਪਰਵਾਹ ਹੋ ਕੇ ਉਹਨੇ ਆਪਣੇ ਮਤਲਬ ਇਹ ਵੀ ਨਹੀਂ ਸੋਚਿਆ ਕਿ ਮੈਨੂੰ ਵੀ ਨਾ ਬਿਮਾਰੀ ਲੱਗ ਜੇ, ਤਾਂ ਵੀ ਸਾਰੇ ਲੋਕਾਂ ਦੀ ਅਸੀਂ ਸਾਰ ਲਈ। ਇਹ ਸਾਡਾ ਫਰਜ਼ ਆ। ਔਰ ਜਿੱਥੋਂ ਤੱਕ ਰਾਸ਼ਨ ਕਾਰਡ ਦੀ ਗੱਲ ਸੀ, ਸਾਡੇ ਬੜੇ ਗਰੀਬਾਂ ਦੇ ਰਾਸ਼ਨ ਕਾਰਡ ਨਹੀਂ ਸੀ ਬਣੇ, ਉਹ ਵੀ ਸਾਰੇ ਹੁਣ ਬਣਾਏ ਆ। ਔਰ ਅਕਾਲੀਆਂ ਨੇ ਸਿਰਫ ਆਪਣੇ ਚੇਤਿਆਂ ਦੇ ਬਣਾਏ ਸੀ, ਜਿਨ੍ਹਾਂ ਦਾ ਹੱਕ ਬਣਦਾ ਸੀ ਉਹ ਬਣੇ ਨਹੀਂ। ਔਰ ਰਾਸ਼ਨ ਕਾਰਡ ਸਾਰਿਆਂ ਦੇ ਹੁਣ ਬਣ ਗਏ ਆ। ਲੋਕ ਇਸ ਚੀਜ਼ ਨੂੰ ਮਹਿਸੂਸ ਵੀ ਕਰਦੇ ਆ। ਔਰ ਡਿਵੈਲਪਮੈਂਟ ਵੱਲੋਂ ਕੋਈ ਕਸਰ ਨਹੀਂ ਅਸੀਂ ਛੱਡੀ। ਜਿੱਥੇ ਵੱਡੇ ਕੰਮ ਸੀ ਉੱਥੇ ਪਿੰਡਾਂ ਦੇ ਵਿੱਚ ਵੀ ਡਿਵੈਲਪਮੈਂਟ ਹੋ ਰਹੀ ਆ। ਥਾਂ 'ਤੇ ਅਸੀਂ ਛੱਪੜ ਜਿਹੜੇ ਸੀਗੇ, ਪਾਰਕਾਂ ਵੱਲ ਧਿਆਨ ਹੈ ਸਾਡਾ, ਸਟੇਡੀਅਮ ਵੱਲ ਧਿਆਨ ਹੈ, ਉਹ ਵੀ ਬਣਾ ਰਹੇ ਆ। ਔਰ ਚੱਲਦਾ ਰਹਿਣਾ, ਇਹ ਕੋਈ ਕੰਮ ਮੁੱਕਣੇ ਨਹੀਂ ਗੇ। ਹੁਣ ਜਿਹੜੀ ਅਗਲੀ ਆ ਮੇਰੀ ਮਨਸ਼ਾ ਉਹ ਹੀ ਆ ਕਿ ਜਿਹੜਾ ਸਾਡਾ ਹੌਸਪੀਟਲ ਲੋਪੋ ਵਾਲਾ ਉਹਨੂੰ ਵੀ ਅਪਗ੍ਰੇਡ ਕਰਾਵਾਂ, ਔਰ ਰਾਜਾ ਸਾਂਸੀ ਜਿਹੜਾ ਛੋਟੋ ਉਹ ਲੋਪੋਕੇ ਦੇ ਬਰਾਬਰ ਕਰੀਏ। ਉਹ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੇਰਾ ਜਲਦੀ ਜਿਹੜਾ ਸਿਰੇ ਚੜਾ ਦੂੰਗਾ। ਜਿਹੜੇ ਤੁਹਾਡੇ ਵਿਰੋਧੀ ਉਹ ਕਹਿੰਦੇ ਕੰਮ ਤਾਂ ਅਸੀਂ ਵੀ ਕੀਤੇ ਸੀ, ਜਦੋਂ ਅਸੀਂ ਐਮਐਲਏ ਸੀ ਕੰਮ ਤਾਂ ਅਸੀਂ ਵੀ ਕੀਤੇ, ਪਰ ਸਾਡੇ ਕੋਲ ਜਿੱਤ ਨਹੀਂ ਪਾਇਆ। ਮੈਂ ਇੱਕ ਗੱਲ ਕਹਾਂ, ਮੈਂ ਇਲੈਕਸ਼ਨ 'ਚ ਸਿਰਫ ਕੰਮ ਦੇ ਲਿਹਾਜ਼ ਨਾਲ ਜਾਊਂਗਾ, ਔਰ ਹਰ ਇੱਕ ਪਿੰਡ 'ਚ ਇਹ ਗੱਲ ਕਹੂੰਗਾ ਕਿ ਤੁਸੀਂ 10 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਔਰ ਆਹ 5 ਸਾਲ ਸਾਡੇ, ਪਿਛਲਾ ਵੀ ਛੱਡ ਦਿਓ, ਉਸ ਤੋਂ ਪਹਿਲਾਂ ਸਾਡੀ ਸਰਕਾਰ ਸੀ ਉਹ ਵੀ ਛੱਡ ਦਈਏ, ਉਹਨਾਂ ਨੂੰ ਭੁੱਲ ਜਾਈਏ। ਹਾਲਾਂਕਿ ਉਸੋਂ ਵੀ ਲੋਕਾਂ ਨੇ ਮੈਨੂੰ ਕੰਮ ਦੇ ਲਿਹਾਜ਼ ਨਾਲ ਵੋਟਾਂ ਪਾਈਆਂ ਸੀ। ਐਸੀ ਗੱਲ ਨਹੀਂ, ਜੇ ਤੁਸੀਂ ਕੰਮ ਕਰੋਗੇ ਲੋਕ ਵੋਟਾਂ ਪਾਉਂਦੇ ਆ। ਐਰਕਾਂ ਵੀ ਇਸੇ ਨੂੰ ਲੈ ਕੇ ਜਾਊਂਗਾ, ਔਰ ਕਹੂੰਗਾ ਕਿ ਜੇ ਉਹਨਾਂ ਸਾਡੇ ਤੋਂ ਵੱਧ ਕੰਮ ਕੀਤਾ ਤਾਂ ਉਹਨਾਂ ਨੂੰ ਵੋਟਾਂ ਪਾ ਦਿਓ। ਜੇ ਤੁਹਾਨੂੰ ਲੱਗਦਾ ਕਿ ਅਸੀਂ ਕੋਈ ਵੱਧ ਕੰਮ ਕੀਤਾ ਡਿਵੈਲਪਮੈਂਟ ਦਾ ਜਾਂ ਤੁਹਾਡੇ ਲਈ ਚੰਗੇ ਕੰਮ ਕੀਤੇ ਆ, ਤੇ ਵੋਟਾਂ ਸਾਨੂੰ ਪਾ ਦਿਓ। ਸੋ ਇਸ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਜਿਨ੍ਹਾਂ ਦੇ ਨਾਲ ਅਸੀਂ 22 ਦੀਆਂ ਚੋਣਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ 22 ਦੀਆਂ ਚੋਣਾਂ ਵਿੱਚ ਕਾਂਗਰਸ ਜਿਹੜੀ ਆ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜੇਗੀ। ਬਾਈਬਲ ਕਲਾ ਗੋਲੀकांड ਦੀ ਜਾਂਚ ਦੀ ਬਾਰੇ ਗੱਲ ਕੀਤਾ ਕਿ ਨਵੀਂ SIT ਉਹਨਾਂ ਵੱਲੋਂ ਤਿਆਰ ਕਰ ਦਿੱਤੀ ਗਈ ਹੈ। 22 ਦੀਆਂ ਚੋਣਾਂ ਦੇ ਪਹਿਲਾਂ ਹੀ ਲੋਕਾਂ ਨੂੰ ਇਨਸਾਫ ਦਿੱਤਾ ਜਾਊਗਾ। ਕੈਮਰਾਮੈਨ ਅਸ਼ਦੀਪ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ ਹਿਮਾਚਲ, ਅੰਮ੍ਰਿਤਸਰ।